ਸਟੋਰੀ ਟਾਕ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਡਾਕਟਰ ਅਰੀਤ ਜਿਹੜੇ ਕਿ ਡਾਇਰੈਕਟਰ ਹੈਲਥ ਸਰਵਿਸਿਜ਼ ਰਿਟਾਇਰ ਹੋਏ ਨੇ ਪੰਜਾਬ ਹੈਲਥ ਡਿਪਾਰਟਮੈਂਟ ਤੋਂ, ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਕੈਡਰ ਤੋਂ। ਉਹਨਾਂ ਦਾ 35 ਵਰ੍ਹਿਆਂ ਦਾ ਤਜਰਬਾ ਹੈ। ਅਸੀਂ ਉਹਨਾਂ ਨਾਲ ਨਸ਼ਿਆਂ ਦੇ ਮੁੱਦੇ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਡਰੱਗਸ ਦੇ ਉੱਪਰ ਤੁਹਾਡਾ ਕੀ ਵਿਊ ਪੁਆਇੰਟ ਹੈ। ਇਹ ਇਸ਼ੂ ਇੰਨਾ ਕ੍ਰੂਸ਼ੀਅਲ ਇਸ਼ੂ ਹੈ ਸਟੇਟ ਦਾ, ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੋ ਕੁਝ ਚੱਲ ਰਿਹਾ ਹੈਗਾ ਉਸ ਦੇ ਬਾਰੇ? ਦੇਖੋ, ਜਿਹੜੀ ਡਰੱਗ ਦਾ ਇਸ਼ੂ ਹੈ, ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਡਰੱਗ ਲਈ ਜਾ ਰਹੀ ਹੈ ਸਾਡੇ ਜਵਾਨ ਬੱਚਿਆਂ ਵੱਲੋਂ, ਤੇ ਸਾਡੇ ਜਵਾਨ ਬੱਚੇ ਬਹੁਤ ਵੱਡੀ ਗਿਣਤੀ ਵਿੱਚ ਜਾਨ ਗਵਾ ਰਹੇ ਨੇ ਇਸ ਡਰੱਗ ਦੇ ਸੇਵਨ ਕਰਕੇ। ਸੋ ਜਿੱਥੋਂ ਤੱਕ ਡਰੱਗ ਦਾ ਮਸਲਾ ਹੈ, ਇਹ ਦੋ ਇਹਦੇ ਵਿੱਚ ਐਂਗਲ ਆਉਂਦੇ ਆ। ਲਾਅ ਐਂਡ ਆਰਡਰ ਦਾ ਕਿ ਡਰੱਗ ਚੱਲੀ ਕਿੱਥੋਂ, ਬਣੀ ਕਿੱਥੋਂ, ਪਹੁੰਚੀ ਕਿੱਥੇ, ਤੇ ਉਸ ਤੋਂ ਬਾਅਦ ਸਿਹਤ ਸੰਭਾਲ ਦਾ, ਤੇ ਦੋਨੋਂ ਮਸਲੇ ਵੈਸੇ ਆਪਸ ਵਿੱਚ ਜੁੜੇ ਹੋਏ ਹੈ। ਮੈਂ ਸਭ ਤੋਂ ਪਹਿਲੇ ਸਿਹਤ ਨਾਲ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਉਹਦੇ ਤੋਂ ਸ਼ੁਰੂ ਕਰਾਂਗੀ। 1985 ਤੋਂ ਪਹਿਲਾਂ ਪੰਜਾਬ ਵਿੱਚ ਨਸ਼ਿਆਂ ਦੇ ਕਰਕੇ ਮੌਤਾਂ ਦਾ ਕੋਈ ਰਿਕਾਰਡ ਨਹੀਂ ਹੈ, ਨਾ ਕੋਈ ਇੰਨੀ ਵੱਡੀ ਗਿਣਤੀ 'ਚ ਹੋ ਰਹੀਆਂ ਹੋਣਗੀਆਂ ਕਿ ਕਿਸੇ ਨੇ ਨੋਟਿਸ ਲਿਆ ਹੋਏਗਾ, ਕਿਉਂਕਿ ਅਫੀਮ ਭੁੱਕੀ ਲੋਕਲ ਪ੍ਰੋਡਕਟ ਹੈ, ਇੱਥੇ ਵਰਤੀ ਜਾਂਦੀ ਸੀ ਸਦੀਆਂ ਤੋਂ। ਇਹ ਵੀ ਗੱਲ ਤੁਸੀਂ ਧਿਆਨ 'ਚ ਰੱਖੋ ਕਿ ਜਿਹੜਾ ਕੈਨੇਬਿਸ ਸੀਗਾ, ਯਾਨੀ ਕਿ ਭੰਗ ਹੈ, ਸਾਡੇ ਕੋਲ ਤਾਂ ਭੰਗੀ ਮਿਸਲ ਦੀਆਂ ਵੀ ਹੈ ਨੇ ਮਿਸਾਲਾਂ, ਜਿਸਦਾ ਮਤਲਬ ਤੋਂ ਅਸੀਂ ਸਾਫ਼ ਸਮਝਦੇ ਹਾਂ ਨਿਹੰਗ ਸਿੰਘਾਂ ਵੱਲੋਂ ਸੁੱਖਿਆ ਲਿਆ ਜਾਂਦਾ ਹੈ, ਸ਼ਿਵਰਾਤਰੀ 'ਤੇ ਵੀ ਹੁੰਦਾ ਹੈ ਭੰਗ ਵਗੈਰਾ। ਅਤੇ ਅਫੀਮ ਜਿਹੜੀ ਹੈ, ਡੋਡੇ ਵਗੈਰਾ, ਇੱਥੇ ਹਾਲਾਂਕਿ ਮੈਦਾਨੀ ਇਲਾਕਿਆਂ 'ਚ ਬਹੁਤ ਅੱਛੇ ਨਹੀਂ ਉਗਦੇ, ਪਰ ਫਿਰ ਵੀ ਰੱਜੇ ਪੁੱਜੇ ਲੋਕਾਂ ਵੱਲੋਂ ਜਿਹੜੀ ਅਫੀਮ ਹੈ ਉਹ ਲਈ ਜਾਂਦੀ ਸੀ, ਕੋਈ ਪ੍ਰੋਬਲਮ ਨਹੀਂ ਹੁੰਦੀ ਸੀ। ਸੋ ਤੁਹਾਨੂੰ ਜਿਹੜੇ ਡੀ ਐਡਿਕਸ਼ਨ ਵਿੱਚ ਸਟੱਡੀ ਕਰ ਰਹੇ ਹੈ ਡਾਕਟਰ ਜਿਹੜੇ ਉਹ ਦੱਸਣਗੇ ਕਿ ਜਿਹੜਾ ਪੰਜਾਬ ਵਿੱਚ ਨਸ਼ੇ ਦੀ ਪ੍ਰੋਬਲਮ ਉਦੋਂ ਸ਼ੁਰੂ ਹੋਈ 1990 ਤੋਂ ਬਾਅਦ, ਜਦੋਂ ਕਿ ਜਿਹੜੀ ਪੰਜਾਬ ਵਿੱਚ ਮਿਲੀਟੈਂਸੀ ਉਸ ਵਕਤ ਥੋੜੀ ਥੱਲੇ ਹੋ ਕੇ ਖਤਮ ਹੋਣ ਵੱਲ ਜਾ ਰਹੀ ਸੀ, ਤੇ ਪੰਜਾਬ ਵਿੱਚ ਨਸ਼ੇ ਵਧਣੇ ਸ਼ੁਰੂ ਹੋ ਗਏ। ਨਸ਼ੇ ਸਭ ਤੋਂ ਪਹਿਲੇ ਜਿਹੜੇ ਸ਼ੁਰੂ ਹੋਏ, ਇਸ ਤੋਂ ਪਹਿਲੇ ਜਿਹੜੇ ਥੋੜੇ ਵੱਡੀ ਉਮਰ ਦੇ ਲੋਕ ਅਫੀਮ ਵਗੈਰਾ ਲੈਂਦੇ ਸੀ, ਜਿਹੜੇ ਮੈਚਿਓਰ ਬਜ਼ੁਰਗ ਵੀ ਲੈਂਦੇ ਸੀ। ਜਦੋਂ ਇਹ ਨਸ਼ੇ 1990 ਤੋਂ ਬਾਅਦ ਜਵਾਨ ਬੱਚਿਆਂ ਨੇ ਲੈਣੇ ਸ਼ੁਰੂ ਕੀਤੇ, ਤੇ ਕੀ ਨਸ਼ੇ ਲੈਣੇ ਸ਼ੁਰੂ ਕੀਤੇ? ਸਭ ਤੋਂ ਪਹਿਲੇ ਜਿਵੇਂ ਕਿ ਫੈਂਸੀਡਿਲ, ਕਫ ਸਿਰਪ, ਲੋਮੋਟਿਲ ਦੀਆਂ ਗੋਲੀਆਂ 50-50, 100-100 ਦੇ ਪੱਤੇ ਦਿਖਣੇ ਸ਼ੁਰੂ ਹੋਏ। ਮਤਲਬ ਕਿ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਇਹ ਸਿਹਤ ਨਾਲ ਸ਼ੁਰੂ ਤੋਂ ਹੀ ਲਾਅ ਐਂਡ ਆਰਡਰ ਜਿਹੜਾ ਹੈ ਆ ਕੇ ਸਿਹਤ ਨਾਲ ਜੁੜ ਗਿਆ। ਇੱਥੇ ਹੀ ਸਟੱਡੀਜ਼ ਦੱਸਣਗੀਆਂ ਕਿ ਵੱਡੀ ਗਿਣਤੀ ਵਿੱਚ ਛੋਟੇ ਪਿੰਡਾਂ ਵਿੱਚ ਵੀ ਕੈਮਿਸਟ ਸ਼ਾਪਸ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ, ਜਿੱਥੇ ਬਿਨਾਂ ਚੈੱਕ ਤੋਂ ਕੋਈ ਵੀ ਆ ਕੇ ਕੁਝ ਵੀ ਖਰੀਦ ਰਿਹਾ ਸੀ। ਐਕਚੁਅਲੀ ਉਹ ਸ਼ਾਪਸ ਫਲਰਿਸ਼ ਹੀ ਇਹ ਕਰ ਰਹੀਆਂ ਸੀ ਕਿ ਬੱਚੇ ਉਹਨਾਂ ਤੋਂ ਨਸ਼ਾ ਖਰੀਦ ਰਹੇ ਸੀ, 50 ਸ਼ੀਸ਼ੀਆਂ, 25 ਫਲਾਣਾ, ਇਸ ਕਰਕੇ ਨਸ਼ਾ ਸ਼ੁਰੂ ਹੋਇਆ। ਸੋ ਉਸ ਵਕਤ ਵੀ ਸਾਡੇ ਕੋਲ ਇੱਕ ਫੂਡ ਐਂਡ ਡਰੱਗ ਡਿਪਾਰਟਮੈਂਟ ਹੈ, ਜਿਹਨੇ ਕੈਮਿਸਟਾਂ ਦੀ ਉਹਦੇ 'ਤੇ ਨਜ਼ਰ ਰੱਖਣੀ ਹੁੰਦੀ ਹੈ, ਉਹ ਸੁੱਤਾ ਰਿਹਾ। ਬਹੁਤ ਅਖਬਾਰਾਂ 'ਚ ਖਬਰਾਂ ਆਉਂਦੀਆਂ ਰਹੀਆਂ, ਕਿਸੇ ਸਰਕਾਰ ਨੇ ਇਹਦਾ ਕੋਈ ਨੋਟਿਸ ਨਹੀਂ ਲਿੱਤਾ। ਠੀਕ ਹੈ ਨਾ, ਇਹ ਮੰਨੋਗੇ ਮੇਰੀ ਇਹ ਗੱਲ? ਉਸ ਤੋਂ ਬਾਅਦ 2000 ਤੱਕ ਇਹ ਸਾਰੇ ਵਰਤਾਰੇ ਚੱਲਦੇ ਰਹੇ, ਵਿੱਚ ਹੀਰੋਇਨ ਤੇ ਉਹ ਵੀ ਸ਼ੁਰੂ ਹੋ ਗਈ, ਚਿੱਟਾ ਹੈ ਨਾ, ਸਮੈਕ ਸਭ ਆਉਣੀ ਸ਼ੁਰੂ ਹੋ ਗਈ। ਮਤਲਬ ਉਸ ਤੋਂ ਬਾਅਦ ਹੁਣ ਦੀ ਡੇਟ ਤੱਕ ਇਹ ਨਸ਼ੇ ਜਿਹੜੇ ਹੈ ਭਾਰੀ ਆ ਗਏ, ਜਿਹੜੇ ਚਿੱਟਾ, ਸਮੈਕ ਤੇ ਕੀ ਕਹਿੰਦੇ ਆ ਉਹਨੂੰ, ਹੁਣ ਤੇ ਹੋਰ ਵੀ ਆ ਗਏ, ਜਿਵੇਂ ਐਮਫੀਟਿਨ ਦੀਆਂ ਗੋਲੀਆਂ, ਜਿਵੇਂ ਸਾਰਾ ਫੈਂਟਨਿਲ ਵਗੈਰਾ ਵਗੈਰਾ। ਹੁਣ ਤੁਸੀਂ ਜੇ ਅਸੀਂ ਸਿਹਤ ਵਿਭਾਗ ਦੀ ਗੱਲ ਕਰੀਏ, ਤੇ ਉਸ ਪਹਿਲੇ ਤੇ ਉੱਥੇ ਕੋਈ ਚੈੱਕ ਨਹੀਂ ਆਇਆ, ਕੋਈ ਪਾਲਿਸੀ ਨਹੀਂ ਆਈ। ਉਸ ਤੋਂ ਬਾਅਦ ਜਿਹੜਾ ਡੀ ਐਡਿਕਸ਼ਨ ਪ੍ਰੋਗਰਾਮ ਸੀ, ਉਹਦੀ ਪਾਲਿਸੀ ਜਿਹੜੀ ਸੀ, ਉਹ ਕੀ ਪਾਲਿਸੀ ਸੀ? ਜਦੋਂ ਤੁਹਾਡੇ ਕੋਲ ਡੇਟਾ ਹੀ ਨਹੀਂ ਹੈ, ਜਦੋਂ ਤੁਹਾਡੇ ਕੋਲ ਓਵਰਡੋਜ਼ ਡੈਥ ਦਾ ਡੇਟਾ ਨਹੀਂ ਹੈ, ਜਦੋਂ ਤੁਹਾਡੇ ਕੋਲ ਨਸ਼ਾ ਵਰਤਣ ਵਾਲਿਆਂ ਦੀ ਪ੍ਰੋਫਾਈਲ ਨਹੀਂ ਹੈ, ਤਾਂ ਤੁਸੀਂ ਪਾਲਿਸੀ ਕਿਸ ਤਰ੍ਹਾਂ ਬਣਾ ਰਹੇ ਹੋ? ਇਹ ਇੱਕ ਵੱਡਾ ਸਵਾਲ ਹੈ। ਠੀਕ ਹੈ ਜੀ। ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਇੰਡੀਆ ਦਾ ਡੇਟਾ ਕਹਿੰਦਾ ਹੈ ਕਿ 85% ਬੰਦੇ ਜਿਹੜੇ ਇੰਡੀਆ ਵਿੱਚ ਹੈ, ਉਹਨਾਂ ਨੇ ਸਾਡੇ ਦੇਸ਼ ਦੇ ਪਿਛਲੇ 1 ਸਾਲ ਵਿੱਚ ਕਦੀ ਸ਼ਰਾਬ ਨਹੀਂ ਪੀਤੀ।
ठीक है, 85% लोगों ने, ठीक है जी, सिर्फ 15% लोगों ने शराब पीती है, जबकि ठेका हर पासे खुलिया होया है, हर गली कूचे च खुलिया होया है, सिवाय उन्हां राजां दे एक दो च जिथे नशा बनदी है। सो पंजाब या देश एक पासे नशे बैन कर रहा है 1985 च NDPS एक्ट लिया के, ਜਿਹੜੀ ਤੁਹਾਡੀ ਚੀਜ਼ ਉਗ ਰਹੀ ਹੈ, ਇੱਥੇ ਤੇ ਭੰਗ ਵਗੈਰਾ ਉਗਦੀ ਸੀ, ਭੰਗ ਦਾ ਬੂਟਾ, ਠੀਕ ਹੈ, ਬਜਾਏ ਇਹਦੇ ਕਿ ਕੋਈ ਪਾਲਿਸੀ ਬਣਾਉਂਦੇ ਜਿਹਦੇ ਵਿੱਚ ਕਿ ਇਹ ਚੀਜ਼ ਉਪਲਬਧ ਹੁੰਦੀ, ਪਰ ਜਿਸ ਤਰ੍ਹਾਂ ਸ਼ਰਾਬ ਉਪਲਬਧ ਹੈ, ਕਿਸੇ ਚੀਜ਼ ਦਾ ਉਪਲਬਧ ਹੋਣਾ ਇਹ ਨਹੀਂ ਕਹਿੰਦਾ ਕਿ ਲੋਕ ਉਹਨੂੰ ਲੈ ਲੈਣਗੇ, ਠੀਕ ਹੈ ਜੀ। ਬਾਜ਼ਾਰ ਵਿੱਚ 1000 ਕਿਸਮ ਦੀਆਂ ਚੀਜ਼ਾਂ ਮਿਲ ਰਹੀਆਂ, ਸ਼ਰਾਬ ਦਾ ਠੇਕਾ ਮੇਰੇ ਇੱਥੇ ਖੁੱਲ੍ਹਿਆ ਹੋਇਆ ਹੈ, ਮੈਂ ਜਾ ਕੇ ਸ਼ਰਾਬ ਨਹੀਂ ਖਰੀਦ ਰਹੀ, ਮੈਨੂੰ ਨਹੀਂ ਚਾਹੀਦੀ, ਠੀਕ ਹੈ ਜੀ। ਜੇ ਇਸੇ ਤਰ੍ਹਾਂ ਨਸ਼ਾ ਜਿਹੜਾ ਜਿਹਨੂੰ ਕਹਿ ਰਹੇ ਹੋ ਭੰਗ ਜਾਂ ਅਫੀਮ ਅੰਡਰ ਰੈਗੂਲੇਸ਼ਨ ਕਿਧਰੇ ਵਿਕ ਰਿਹਾ ਹੁੰਦਾ, ਸ਼ਰਾਬ ਦੀ ਰੈਗੂਲੇਸ਼ਨ ਤੇ ਹੈ ਨਾ ਕਿ ਇਹ ਜਿਨ ਇੰਨੇ % ਹੈ, ਬੀਅਰ ਇੰਨੇ %, ਵਿਸਕੀ ਇੰਨੇ परसेंटेज है जी, ਉਹਦੇ ਤੇ ਕੋਈ ਰੈਗੂਲੇਸ਼ਨ ਹੈ, ਸਰਕਾਰ ਟੈਕਸ ਵੀ ਲੈ ਰਹੀ ਹੈ ਤੇ ਰੈਗੂਲੇਸ਼ਨ ਹੈ। ਨਸ਼ਾ ਜਦੋਂ ਤੁਸੀਂ ਬੈਨ ਕਰ ਦਿੱਤਾ ਤਾਂ ਕੀ ਰੈਗੂਲੇਟ ਕਰੋਗੇ? देयर वाज नो ਰੈਗੂਲੇਸ਼ਨ। ਤੁਸੀਂ ਜਿਹੜੀ ਕਰ ਵੀ ਸਕਦੇ ਸੀ ਕੈਮਿਸਟ ਸ਼ਾਪ ਤੇ, ਤੁਸੀਂ ਨਹੀਂ ਕੀਤੀ, ਠੀਕ ਹੈ ਜੀ, ਨਹੀਂ ਕੀਤੀ, ਦਹਾਕਿਆਂ ਤੱਕ ਨਹੀਂ ਕੀਤੀ ਕਿ ਕੋਈ ਰੈਗੂਲੇਸ਼ਨ ਨਹੀਂ ਸੀ। ਫਿਰ ਅਚਾਨਕ ਤੁਸੀਂ ਉੱਠੇ ਤੇ ਤੁਸੀਂ ਕਿਹਾ ਰੈਗੂਲੇਸ਼ਨ, ਸਿਰਿੰਜ ਬੈਨ ਕਰ ਦਿਓ, ਸਿਰਿੰਜ। ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਚੀਜ਼ ਇਸ ਤਰ੍ਹਾਂ ਦੀ ਕਰਦੇ ਹੋ ਤੇ ਜਿਹੜਾ ਐਲੀਮੈਂਟ ਜਿਹੜਾ ਕਿ ਜਿਹਨੂੰ ਤੁਸੀਂ ਕਹਿੰਦੇ ਹੋ ਗੈਰ ਕਾਨੂੰਨੀ ਚੀਜ਼ਾਂ ਤੇ ਹੀ ਪਨਪਦਾ ਹੈ, ਇਹੋ ਜਿਹਾ ਐਲੀਮੈਂਟ ਉਹ ਪੰਜਾਬ ਵਿੱਚ ਪਨਪਿਆ। ਜਦੋਂ ਵੀ ਇਹਦੀ ਗੱਲ ਹੁੰਦੀ ਹੈ, ਹੁਣ ਦੁਸ਼ਮਣ ਕੌਣ ਹੈ? ਮੈਂ ਤੁਹਾਡੀ ਪਹਿਲੀ ਸੀਰੀਜ਼ ਵੀ ਦੇਖੀ ਹੈ। ਦੁਸ਼ਮਣ ਜਦੋਂ ਤੱਕ ਨਹੀਂ ਪਹਿਚਾਨੋਗੇ ਤੁਹਾਡਾ ਵਾਰ ਹੀ ਕਦੀ ਨਹੀਂ ਹੋ ਸਕਦਾ। ਦੁਸ਼ਮਣ ਕੌਣ ਹੈ? ਦੇਖੋ, ਉੱਪਰੋਂ ਸ਼ੁਰੂ ਕਰੋ ਤਾਂ ਇੰਟਰਨੈਸ਼ਨਲ ਡਰੱਗ ਮਾਫੀਆ ਹੈ, ਠੀਕ ਹੈ ਜੀ। ਡਰੱਗ ਐਵੇਂ ਨਹੀਂ ਇੱਥੇ ਤੁਰੀ ਫਿਰ ਰਹੀ, ਉਹਦੇ ਤੇ ਮੈਂ ਆਵਾਂਗੀ ਕਿ ਪੰਜਾਬ ਵਿੱਚ ਕਿੱਥੋਂ ਤੁਰ ਰਹੀ ਹੈ। ਬਹੁਤ ਵੱਡਾ ਮਾਫੀਆ ਇੰਟਰਨੈਸ਼ਨਲ ਡਰੱਗ ਮਾਫੀਆ ਹੈ ਜਿਹੜਾ ਸਭ ਕੁਝ ਦਾ ਕਰਤਾ ਧਰਤਾ ਹੈ। ਉਸ ਤੋਂ ਅੱਗੇ ਉਹਦੇ ਏਜੰਟ ਚੱਲਦੇ ਆ ਰਹੇ ਹੈ। ਉਸ ਤੋਂ ਅੱਗੇ ਪਿੰਡ ਲੈਵਲ ਤੇ ਜਾਂ ਟਾਊਨ ਲੈਵਲ ਤੇ ਇੱਕ ਕੋਈ ਕੈਮਿਸਟ ਜਾਂ ਇੱਕ ਬੰਦਾ ਜਾਂ ਇੱਕ ਔਰਤ ਜਿਹੜੀ ਨਸ਼ੇ ਵੇਚ ਰਹੀ ਹੈ ਉਹ ਆਉਂਦੇ ਹੈ। ਉਹ ਸਭ ਤੋਂ ਛੋਟਾ ਦੁਸ਼ਮਣ ਹੈ। ਜੇ ਤੁਸੀਂ ਸਭ ਤੋਂ ਛੋਟੇ ਦੁਸ਼ਮਣ ਦੇ ਮਗਰ ਪੈ ਜਾਓ ਤੇ ਵੱਡਾ ਦੁਸ਼ਮਣ ਦਾ ਤੇ ਤੁਹਾਨੂੰ ਪਤਾ ਹੀ ਨਹੀਂ। ਅਸੀਂ ਕੋਈ ਜੇਮਸ ਬੌਂਡ ਤੇ ਹੈ ਨਹੀਂ, ਸਾਨੂੰ ਵੱਡੇ ਦੁਸ਼ਮਣ ਜਾਂ ਦਰਮਿਆਨੇ ਦੁਸ਼ਮਣ ਬਾਰੇ ਵੀ ਨਹੀਂ ਪਤਾ, ਠੀਕ ਹੈ ਜੀ, ਨਹੀਂ ਪਤਾ, ਸਾਨੂੰ ਨਹੀਂ ਪਤਾ। ਪਰ ਸਾਨੂੰ ਕੀ ਪਤਾ ਹੈ ਕਿ ਅਸੀਂ ਸਰਕਾਰਾਂ ਚੁਣੀਆਂ ਹਨ, ਸਾਡਾ ਦੁਸ਼ਮਣ ਸਾਡੀਆਂ ਸਰਕਾਰਾਂ ਹਨ। ਇਹ ਸਰਕਾਰਾਂ ਦਾ ਕੰਮ ਸੀ ਕਿ ਉਹ ਦੇਖੇ ਕਿ ਨਸ਼ਾ ਸਾਡੇ ਬੱਚਿਆਂ ਤੱਕ ਪਹੁੰਚ ਨਾ ਪਾਏ। ਇਹ ਸਰਕਾਰਾਂ ਦਾ ਕੰਮ ਸੀ ਪਾਲਿਸੀ ਬਣਾਉਣਾ। ਇਹ ਸਰਕਾਰਾਂ ਦਾ ਕੰਮ ਸੀ ਕਿ ਉਹ ਛੋਟਾ ਐਲੀਮੈਂਟ ਜਿਹੜਾ ਨਸ਼ੇ ਵੇਚ ਰਿਹਾ ਹੈ ਉਹਨੂੰ ਕੰਟਰੋਲ ਕਰਨਾ। ਇਹ ਕੰਮ ਕਿਸੇ ਵਿਜੀਲੈਂਟੇ ਗਰੁੱਪ ਦਾ ਨਹੀਂ ਹੈ। ਜਦੋਂ ਅਸੀਂ ਇਸ ਤਰ੍ਹਾਂ ਦੇ ਕੰਮ ਕਰਾਂਗੇ ਅਸੀਂ ਅਸਲੀ ਦੁਸ਼ਮਣ ਤੋਂ ਹਟ ਜਾਵਾਂਗੇ। ਇੱਕ ਤਾਂ ਸਰਕਾਰਾਂ ਨੇ ਸਾਨੂੰ ਲਾਅ ਐਂਡ ਆਰਡਰ ਤੇ ਫੇਲ ਕੀਤਾ, ਮਤਲਬ ਸਾਡੇ ਬਾਰੇ ਸੋਚਿਆ ਹੀ ਨਹੀਂ। ਤੇ ਮੈਂ ਸਰਕਾਰਾਂ ਤੋਂ, ਅੱਜ ਦੀ ਸਰਕਾਰ ਦੀ ਗੱਲ ਨਹੀਂ ਕਰ ਰਹੀ। ਪੰਜਾਬ ਵਿੱਚ ਨਸ਼ਾ 2000 ਤੋਂ ਚੱਲ ਰਿਹਾ ਹੈ। ਕਿਸੇ ਵੀ ਕੇਂਦਰ ਦੀ ਸਰਕਾਰ ਨੇ ਜਾਂ ਸੂਬੇ ਦੀ ਸਰਕਾਰ ਨੇ ਕੋਈ ਪਾਲਿਸੀ ਨਹੀਂ ਬਣਾਈ। ਤੁਸੀਂ ਜਿਹੜਾ ਨਸ਼ਾ ਬਣ ਰਿਹਾ, ਜਿਹੜਾ ਨਸ਼ਾ ਇਹਦੀ ਗੋਲੀ ਹੈ ਜਾਂ ਜਿਵੇਂ ਕੋਕੇਨ ਬਣਦੀ ਹੈ, ਚਿੱਟਾ ਬਣਦਾ ਹੈ, ਉਹ ਕਿੱਥੇ ਬਣ ਰਿਹਾ? ਉਹਦੇ ਕਿਚਨ ਕਹਿੰਦੇ ਆ ਜਾਂ ਛੋਟੀ ਫੈਕਟਰੀਆਂ। ਕਿੰਨੀਆਂ ਕੁ ਅਸੀਂ ਵੇਖੀਆਂ ਜਿਨ੍ਹਾਂ ਤੇ ਛਾਪੇ ਵੱਜੇ ਹੋਣ, ਜਿਹੜੀਆਂ ਫੜੀਆਂ ਗਈਆਂ ਹੋਣ, ਜਿੱਥੇ ਕਿ ਉਹ ਮੈਨੂਫੈਕਚਰ ਜਾਂ ਪੈਕੇਜਿੰਗ ਜਾਂ ਕੁਛ ਹੁੰਦਾ ਹੀ ਹੋਏਗਾ ਨਾ, ਇੱਕਦਮ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ। ਸਾਨੂੰ ਸਾਡੀਆਂ ਸਰਕਾਰਾਂ ਨੇ ਧੋਖਾ ਦਿੱਤਾ, ਇੰਨੇ ਸਾਲਾਂ ਤੋਂ ਧੋਖਾ ਦੇ ਰਹੀਆਂ ਲਾਅ ਐਂਡ ਆਰਡਰ ਤੇ। ਜਦੋਂ ਵੀ ਰੌਲਾ ਪੈਂਦਾ ਹੈ, ਜਦੋਂ ਕੋਈ ਇਲੈਕਸ਼ਨ ਆਉਂਦੇ ਹੈ ਤੇ ਛੋਟਾ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈ ਜਿਹੜਾ ਕਿ ਆਪਣੇ ਨਸ਼ੇ ਦਾ ਇੰਤਜ਼ਾਮ ਕਰਨ ਵਾਸਤੇ ਨਸ਼ਾ ਵੇਚ ਵੀ ਰਿਹਾ ਹੈ, ਉਹਨਾਂ ਨੂੰ ਤੁਸੀਂ ਫੜ ਲੈਂਦੇ ਹੋ, ਠੀਕ ਹੈ। ਕਦੀ ਤੁਸੀਂ ਨੀ ਜਰਕ, ਜਿਹਨੂੰ ਰਿਐਕਸ਼ਨ ਕਹਿੰਦੇ ਆ, ਸਿਰਿੰਜ ਬੈਨ ਕਰ ਦਿੱਤੀ। ਨੀ ਜਰਕ ਰਿਐਕਸ਼ਨ ਮਾਨਸਾ ਜ਼ਿਲ੍ਹੇ ਵਿੱਚ ਤੁਸੀਂ ਗੈਬਾਪੈਂਟਲੀਨ ਬੈਨ ਕਰ ਦਿਓ, ਜਦਕਿ ਗੈਬਾਪੈਂਟਲੀਨ ਬੜੀ ਜ਼ਰੂਰੀ ਦਵਾਈ ਵੀ ਹੈ ਬਹੁਤ ਸਾਰੀਆਂ ਚੀਜ਼ਾਂ ਵਾਸਤੇ, ਐਪੀਲੈਪਸੀ, ਜ਼ੋਸਟਰ ਵਗੈਰਾ, ਨਰਵ ਪੇਨ ਵਾਸਤੇ ਜ਼ਰੂਰੀ ਦਵਾਈ ਹੈ। ਆਪ ਤੁਸੀਂ ਕੁਝ ਕਰਦੇ ਨਹੀਂ, ਤੁਸੀਂ ਬੈਨ ਲਾ ਛੱਡ ਦਿਓ। 40% ਲੋਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੇ ਰਿਲੇਟਿਡ
ਕ੍ਰਾਈਮ ਦੇ ਕਰਕੇ ਬੰਦ ਹੈ, ਠੀਕ ਹੈ। 40% ਜਿਹਦੇ ਕਰਕੇ ਇਹ ਕਿਹਾ ਗਿਆ ਵੀ ਜਿਹਨੂੰ ਕਹਿੰਦੇ ਸੀ ਫਰੋਮ ਐਡਿਕਟ ਟੂ ਕਨਵਿਕਟ, ਜਿਹੜੇ ਬੰਦੇ ਨਸ਼ੇ ਦੇ ਆਦੀ ਸੀ, ਜਿਹਨੂੰ ਮੈਂ ਕਹਾਂਗੀ ਆਦੀ ਤੋਂ ਕੈਦੀ, ਤੁਸੀਂ ਉਹ ਚੀਜ਼ ਕਰਕੇ ਸਾਨੂੰ ਰੱਖ ਦਿੱਤੀ। ਜਦੋਂ ਰੌਲਾ ਪੈਂਦਾ ਲੋ ਫੜ ਲੈ ਫੜ ਲੈ ਫੜ ਲੈ, ਕੌਣ ਫੜ ਲੈ? ਜਿਹੜੇ ਉਹ ਕੁਛ ਵੀ ਨਹੀਂ ਸੀ, ਜਿਹੜੇ ਕਿ ਜ਼ੀਰੋ ਗਰੀਬ ਸਨ ਜਾਂ ਅਮੀਰ ਸਨ, ਉਹਨਾਂ ਦੇ ਫੜੇ ਜਾਣ ਨਾਲ ਪੰਜਾਬ ਦੇ ਨਸ਼ੇ ਦੇ ਉਹਦੇ ਤੇ ਕੋਈ ਫਰਕ ਨਹੀਂ ਪਿਆ। ਪੰਜਾਬ ਦੀਆਂ ਜੇਲ੍ਹਾਂ ਵਿੱਚ ਤੁਸੀਂ 20 ਸਾਲ ਤੋਂ ਨਸ਼ੇ ਨਾਲ ਰਿਲੇਟਡ ਬੰਦੇ ਫੜ ਕੇ ਬੈਠੇ ਹੋ, ਕਿੰਨਾ ਕੁ ਕੰਟਰੋਲ ਕਰ ਲਿਆ? ਕੁਛ ਕੰਟਰੋਲ ਨਹੀਂ ਹੋਇਆ। ਤੇ ਦੂਜੀ ਲਾਅ ਐਂਡ ਆਰਡਰ ਪਰ ਮੈਂ ਇੱਕ ਗੱਲ ਇਹ ਕਹਿ ਦਿਆਂ ਵੀ ਡਰੋਨ ਆ ਰਹੇ ਹੈ, ਨਸ਼ਾ ਆ ਰਿਹਾ ਹੈ, ਪਰ ਮੋਟਾ ਨਸ਼ਾ ਵੱਡੀ ਗਿਣਤੀ ਵਿੱਚ ਗੁਜਰਾਤ ਬਾਰਡਰ ਸੀ ਪੋਰਟਸ ਤੋਂ ਪੰਜਾਬ ਐਂਟਰ ਕਰ ਰਿਹਾ। ਇੰਨਾ ਲੰਮਾ ਡਿਸਟੈਂਸ ਤੈਅ ਕਰਕੇ ਕਈ ਸੂਬੇ ਯੂਟੀਆਂ ਤੈਅ ਕਰਕੇ ਉਹ ਪੰਜਾਬ ਵਿੱਚ ਪਹੁੰਚ ਰਿਹਾ ਹੈ ਜ਼ਿਆਦਾ ਮਾਤਰਾ ਵਿੱਚ, ਕਿਉਂਕਿ ਉਹਦੇ ਪਿੱਛੇ ਵੱਡਾ ਦੁਸ਼ਮਣ ਹੈ। ਸਾਨੂੰ ਵੱਡੇ ਦੁਸ਼ਮਣ ਨਾਲ ਅਸੀਂ ਲੜਾਈ ਨਹੀਂ ਕਰ ਸਕਦੇ। ਅਸੀਂ ਆਪਣੀਆਂ ਸਰਕਾਰਾਂ ਤੋਂ ਡਿਮਾਂਡ ਕਰਾਂਗੇ ਵੀ ਕੀ ਕਰ ਰਹੀਆਂ ਸਰਕਾਰਾਂ, ਕਿਸ ਤਰ੍ਹਾਂ ਪਹੁੰਚ ਰਿਹਾ ਹੈ ਨਸ਼ਾ। ਜਿਹੜਾ ਉਹ ਬੰਦਾ ਜਿਹਦੇ ਕੋਲੋਂ ਥੋੜ੍ਹੀ ਜਿਹੀ 200 ਗ੍ਰਾਮ ਜਾਂ ਫੜੀ ਜਾਂਦੀ ਹੈ, ਉਹਦੇ ਥਰੂ ਤੁਸੀਂ ਉਹ ਵੱਡੇ ਕਿਉਂ ਨਹੀਂ ਪਹੁੰਚ ਪਾਉਂਦੀ ਸਰਕਾਰ? ਸਾਨੂੰ ਫੜਨ ਵਾਸਤੇ ਜੇ ਅਸੀਂ ਕੁਝ ਬੋਲਾਂਗੇ ਤੇ ਝੱਟ ਸਰਕਾਰਾਂ ਆਉਂਦੀਆਂ। ਤੇ ਇੱਕ ਸਰਕਾਰ ਦੀ ਗੱਲ ਨਹੀਂ ਹੈ, ਸਾਰਿਆਂ ਦੀ ਹੈ। ਇਸ ਤੋਂ ਬਾਅਦ ਮੈਂ ਹੁਣ ਹੈਲਥ ਦੇ ਇਸ਼ੂ ਤੇ ਆਉਂਦੀ ਹਾਂ। ਪੰਜਾਬ ਵਿੱਚ ਓਵਰਡੋਜ਼ ਡੈਥ ਦੀ ਕੋਈ ਰਿਕਾਰਡ ਨਹੀਂ ਹੈ ਕਿ ਕਿੰਨੀਆਂ ਓਵਰਡੋਜ਼ ਡੈਥਸ ਹੋ ਰਹੀਆਂ। ਤੇ ਜਿਹੜੀ ਓਵਰਡੋਜ਼ ਡੈਥ ਹੈ, ਮਾਈਂਡ ਯੂ, ਹੁੰਦੀ ਕਿੰਜ ਹੈ? ਕਿਉਂਕਿ ਨਸ਼ਾ ਗੈਰ ਕਾਨੂੰਨੀ ਹੈ। ਉਹਦੇ ਵਿੱਚ ਕਿੰਨਾ ਕੁ, ਜੇ ਮੈਂ ਚਿੱਟਾ ਲੈਂਦੀਆਂ ਸੀ, ਮੈਂ ਇੰਨਾ ਲੈਂਦੀ ਸੀ, ਅੱਜ ਉਹ ਲੈ ਕੇ ਮੈਂ ਠੀਕ ਹਾਂ। ਕੱਲ ਜਿਹੜਾ ਮੈਂ ਚਿੱਟਾ ਇੰਨਾ ਕੁ ਲਿੱਤਾ, ਉਹਦੇ ਤੇ ਹੋ ਸਕਦਾ ਮੈਨੂੰ ਕੋਈ ਅਸਰ ਨਹੀਂ ਪਿਆ, ਮੈਂ ਜ਼ਿਆਦਾ ਲੈ ਲਿਆ, ਠੀਕ ਹੈ, ਉਹ ਜ਼ਿਆਦਾ ਮੈਨੂੰ ਓਵਰਡੋਜ਼ ਕਰ ਗਿਆ। ਜਾਂ ਅੱਜ ਜਿਹੜਾ ਚਿੱਟਾ ਮੈਨੂੰ ਮਿਲਿਆ, ਉਹਦੇ ਵਿੱਚ ਕੋਈ ਐਸੀ ਚੀਜ਼ ਮਿਕਸਡ ਸੀ ਜਿਹੜੀ ਕਿ ਮੈਨੂੰ ਇੱਕਦਮ ਬਸ ਮਾਰ ਗਈ, ਠੀਕ ਹੈ, ਓਵਰਡੋਜ਼ ਹੋ ਗਈ। ਕੋਈ ਵੀ ਓਵਰਡੋਜ਼ ਡੈਥ ਮੋਸਟਲੀ ਸੁਸਾਈਡਲ ਨਹੀਂ ਹੈ, ਕੋਈ ਮਰਨ ਵਾਸਤੇ ਓਵਰ ਨਹੀਂ ਡੋਜ਼ ਲੈ ਰਿਹਾ ਸੀ, ਉਹ ਤੇ ਉਹਦੀ ਹੋ ਗਈ। ਹੋ ਕਿਉਂ ਗਈ? ਕਿਉਂਕਿ ਇਹ ਗੈਰ ਕਾਨੂੰਨੀ ਹੈ, ਬਹੁਤ ਹੀ ਘਾਤਕ ਔਰ ਖਤਰਨਾਕ ਚੀਜ਼ਾਂ ਨੇ ਤੇ ਇਹਨਾਂ ਦੇ ਉੱਤੇ ਕੋਈ ਰੈਗੂਲੇਸ਼ਨ ਨਹੀਂ ਹੈ। ਜਿਹੜਾ ਬੰਦਾ ਚਿੱਟਾ ਲੈ ਰਿਹਾ ਹੈ, ਉਹ ਇਹ ਨਹੀਂ ਜਾਣਦਾ ਕਿ ਇਹਦੇ ਵਿੱਚ ਚਿੱਟਾ ਕਿੰਨੇ ਪਰਸੈਂਟ ਹੈ, 5% ਹੈ ਕਿ 95% ਹੈ, ਇਹਦੇ ਵਿੱਚ ਨਾਲ ਕੀ ਮਿਕਸ ਕੀਤਾ ਗਿਆ ਹੈ, ਕੋਈ ਲੇਬਲ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੁਸੀਂ ਜੋ ਤੁਹਾਨੂੰ ਮਿਲਦਾ ਫਟਾਫਟ ਲੈ ਕੇ, ਜਿਹਨੂੰ ਆਦੀ ਹੈ ਜਿਹੜਾ ਵਿਅਕਤੀ, ਉਹਨੂੰ ਲੈ ਲੈਂਦਾ ਹੈ। ਤੇ ਜਦੋਂ ਓਵਰਡੋਜ਼ ਡੈਥ ਹੁੰਦੀਆਂ ਤੇ ਜਿਹੜਾ ਤੁਹਾਡੇ ਨਾਲ ਬੰਦਾ ਹੁੰਦਾ ਹੈ, ਜਦੋਂ ਦੇਖਦਾ ਹੈ ਕਿ ਮੇਰਾ ਦੋਸਤ ਤਾਂ ਤੜਪ ਰਿਹਾ ਹੈ ਜਾਂ ਕੁਛ ਉਹ ਮਰਨ ਕਿਨਾਰੇ ਹੈ, ਤੇ ਉਹ ਇੱਕਦਮ ਉੱਥੋਂ ਚਲਾ ਜਾਂਦਾ ਹੈ ਕਿ ਉਹ ਵੀ ਨਾ ਫੜਿਆ ਜਾਏ। ਕਿਉਂਕਿ ਸਾਡੇ ਕੋਲ ਓਵਰਡੋਜ਼ ਦੇ ਸੰਬੰਧ ਵਿੱਚ ਐਜ਼ ਅ ਮੈਡੀਕਲ ਪਰਸਨ, ਐਜ਼ ਅ ਡਾਕਟਰ ਮੈਂ ਕਹਿ ਰਹੀ ਹਾਂ ਕਿ ਐਂਬੂਲੈਂਸ ਤੁਸੀਂ ਕਦੀ ਵੀ ਕਾਲ ਨਹੀਂ ਹੋਈ ਹੈ ਕਿ ਓਵਰਡੋਜ਼ ਡੈਥ ਕਿਧਰੇ ਸਸਪੈਕਟਡ ਹੈ। ਹਾਲਾਂਕਿ ਇੱਕ ਇੰਜੈਕਸ਼ਨ ਨੈਲੋਕਸੋਨ ਹੁੰਦਾ ਹੈ ਜਿਹੜਾ ਕਿ ਓਵਰਡੋਜ਼ ਡੈਥ ਵਿੱਚ, ਮਤਲਬ ਓਵਰਡੋਜ਼ ਜੇ ਕਿਸੇ ਨੂੰ ਹੋ ਗਈ ਤਾਂ ਇੱਕਦਮ ਦੇ ਦਿੱਤਾ ਜਾਏ ਤਾਂ ਬੰਦੇ ਦੀ ਜਾਨ ਬਚ ਜਾਂਦੀ ਹੈ। ਬਹੁਤ ਹੀ ਈਜ਼ੀ ਹੈ ਨੈਲੋਕਸੋਨ, ਠੀਕ ਹੈ ਜੀ। ਉਹ ਹੈ ਹੀ ਨਹੀਂ ਹੈ, ਉਹ ਡਰੱਗਸ ਵਿੱਚ ਆਉਂਦੇ ਆ ਜਿਹੜੇ ਸਿਰਫ ਸਾਈਕੈਟਰਿਸਟ ਯੂਜ਼ ਕਰ ਸਕਣ। ਸੈਂਟਰ ਪੰਜਾਬ ਨੂੰ 11,000 ਕਰੋੜ ਰੁਪਇਆ ਦਿੰਦਾ ਹੈ NHM ਦੇ ਅੰਡਰ, ਪਰ ਉਹ ਖਾਨੇ ਬਣਾ ਕੇ ਤੁਸੀਂ ਫਿਲ ਕਰਨੇ ਹੁੰਦੇ ਆ ਵੀ ਇਸ ਚੀਜ਼ ਵਾਸਤੇ। ਉਹ ਤੰਬਾਕੂ ਕੰਟਰੋਲ ਵਾਸਤੇ ਆਲਮੋਸਟ 90 ਲੱਖ ਰੁਪਇਆ ਤੰਬਾਕੂ ਪ੍ਰੋਗਰਾਮ ਵਿੱਚ ਦਿੰਦਾ ਹੈ, ਮਤਲਬ ਹੈਗੇ ਆ ਉਹ ਪੈਸੇ। ਉਹ ਇੱਕ ਹੈਡਿੰਗ ਹੈ ਡੀ ਐਡਿਕਸ਼ਨ ਡਰੱਗ, ਕੋਈ ਪ੍ਰੋਗਰਾਮ ਹੀ ਨਹੀਂ ਹੈ ਉਹਦੇ ਵਿੱਚ। ਕਦੀ ਵੀ ਸੈਂਟਰ ਨੇ ਜ਼ਰੂਰੀ ਨਹੀਂ ਸਮਝਿਆ ਕਿ ਪੰਜਾਬ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕ ਨਸ਼ੇ ਦੇ ਕਰਕੇ, ਮੈਂ ਕਹਾਂਗੀ, ਬਿਮਾਰ ਹੋ ਰਹੇ ਹਨ। ਮੈਂ ਵਰਡ ਜਿਹੜਾ ਨਸ਼ੇੜੀ ਹੈ, ਇਸ ਨੂੰ ਬੈਨ ਕਰਨਾ ਚਾਹੀਦਾ ਹੈ। ਉਹ ਬੰਦਾ ਆਦੀ ਵਿਅਕਤੀ ਹੈ। ਜਦੋਂ ਅਸੀਂ ਆਪਣਾ ਨਜ਼ਰੀਆ ਡਰੱਗ ਦਾ ਸੇਵਨ ਕਰਨ ਵਾਲੇ ਵਿਅਕਤੀ ਦੇ ਵੱਲ ਬਦਲਾਂਗੇ, ਉਹਨੂੰ ਮਰੀਜ਼ ਸਮਝਾਂਗੇ, ਤਾਂ ਹੀ ਅਸੀਂ ਉਹਦਾ ਇਲਾਜ ਕਰਾਂਗੇ। ਜੇ ਅਸੀਂ ਉਹਨੂੰ ਨਸ਼ੇੜੀ, ਸਮਾਜ ਦਾ ਕੋੜ ਜਾਂ ਇਹੋ ਜਿਹੇ ਲਫ਼ਜ਼ ਵਰਤਾਂਗੇ ਤਾਂ ਅਸੀਂ ਕਦੀ ਵੀ ਇਸ ਸਮੱਸਿਆ ਦੇ ਹੱਲ ਵੱਲ ਨਹੀਂ ਜਾ ਸਕਦੇ। 2010 ਦੀ ਗੱਲ ਕਰ ਰਹੀ ਹਾਂ ਜੀ, ਮੁਹਾਲੀ ਸਿਵਲ ਹਾਂਜੀ। ਤੇ ਡੀ ਐਡਿਕਸ਼ਨ ਸੈਂਟਰ ਸੀਗੇ ਉੱਥੇ, ਜਿਵੇਂ ਬੱਚੇ ਸੀਗੇ ਜਿਹੜੇ ਉਹ ਸੀਗੇ, ਜਦੋਂ ਕਾਫੀ ਹੱਦ ਤੱਕ ਉੱਥੇ ਪ੍ਰੋਬਲਮਸ ਵੀ ਆਉਂਦੀਆਂ ਸੀ। ਦੇਖੋ, ਕੋਈ ਜਿਹੜਾ ਡੀ ਐਡਿਕਸ਼ਨ, ਪਰ ਫਿਰ ਉਹ ਬੜੇ
ਖੁਸ਼ੀ ਦੇ ਮਾਹੌਲ ਵਿੱਚ ਰਹਿੰਦੇ ਸੀ। ਬਲਕਿ ਉਹ ਜਿਹੜੇ ਦਾਖਲ ਉੱਥੇ ਹੁੰਦੇ ਸੀ, ਕਿਉਂਕਿ ਯੰਗ ਲੜਕੇ ਸੀਗੇ, ਤੇ ਉਹ ਕਈ ਵਾਰੀ ਇੰਝ ਹੋਇਆ ਕਿ ਸਾਨੂੰ ਕੋਈ ਸਿਲੰਡਰ ਖਿੱਚਣੇ ਪਏ ਜਾਂ ਪੇਸ਼ੈਂਟ ਨੂੰ ਫਟਾਫਟ ਟ੍ਰਾਂਸਫਰ ਕਰਨਾ ਪਿਆ, ਤੇ ਉਹ ਸਾਡੀ ਹੈਲਪ ਕਰਦੇ ਸੀ। ਮਤਲਬ ਡਾਕਟਰ ਦੀ ਜਿਵੇਂ ਰਾਤ ਦੀ ਡਿਊਟੀ ਤੇ ਬੜਾ ਸਟਾਫ ਘੱਟ ਹੁੰਦਾ ਹੈ, ਤੇ ਅਸੀਂ ਉਹ ਜਿਹੜੇ ਡੀ ਐਡਿਕਸ਼ਨ ਸੈਂਟਰ ਵਿੱਚ ਬੜੇ ਠੀਕ ਠਾਕ ਯੰਗ ਬॉयਜ਼ ਸੀ, ਉਹਨਾਂ ਨੂੰ ਬੁਲਾ ਲੈਂਦੇ ਸੀ ਔਰ ਉਹ ਬੜੀ ਖੁਸ਼ੀ ਨਾਲ ਸਾਡੀ ਹੈਲਪ ਕਰਦੇ ਸੀ। ਮਤਲਬ ਕਿ ਉਹ ਸੁਸਾਇਟੀ 'ਚ ਇੰਟੈਗਰੇਟ ਹੋ ਰਹੇ ਸੀ, ਮਤਲਬ ਕਿ ਅਸੀਂ ਉਹਨਾਂ ਨੂੰ ਉਸ ਨਜ਼ਰ ਨਾਲ ਨਹੀਂ ਦੇਖ ਰਹੇ ਸੀ ਕਿ ਤੁਸੀਂ ਤੇ ਬੜੇ ਹੀ ਫਜ਼ੂਲ ਆਦਮੀ ਹੋ। ਹਾਂ, ਇਹ ਕਹਿਣਾ ਹੈ। ਔਰ ਉਹਦੇ 'ਚ ਮੈਂ ਇਹਨੂੰ ਕਹਾਂਗੀ ਕਿ ਸਭ ਤੋਂ ਜਿਹੜੀ ਇੱਕ ਸੋਹਣੀ ਭਾਵਨਾ ਕਿਸੇ ਵੀ ਮਨੁੱਖਾਂ ਵਾਸਤੇ ਉਹ ਪਿਆਰ ਦੀ ਹੈ ਔਰ ਉਹ ਮੁਹੱਬਤ ਦੀ ਹੈ। ਜਦੋਂ ਤੁਸੀਂ ਯੰਗ ਬੰਦੇ ਨੂੰ ਪਿਆਰ, ਮੁਹੱਬਤ, ਇੱਕ ਉਸ ਪਿਆਰ ਵਾਲੀ ਨਜ਼ਰ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਇਹ ਉਹਨਾਂ ਨੂੰ ਕਹਿ ਰਹੇ ਹਾਂ, ਅਸੀਂ ਉਹ ਬੱਚਿਆਂ ਨੂੰ ਪਿਆਰ, ਮੁਹੱਬਤ ਤੋਂ ਵਾਂਝਿਆਂ ਕਰਨ ਵਾਸਤੇ ਇੱਕ ਬਹੁਤ ਹੀ ਕੋਝਾ ਲਫ਼ਜ਼ ਯੂਜ਼ ਕਰ ਰਹੇ ਹਾਂ ਤੇ ਇੱਕ ਨਜ਼ਰੀਆ ਫੈਲਾ ਰਹੇ ਹਾਂ ਸਮਾਜ ਵਿੱਚ, ਨਸ਼ੇੜੀ ਕਹਿ ਕੇ ਉਹ ਤੇ ਫਿਰ ਇਹਨਾਂ ਨੇ ਇੱਕ ਪਾਲਿਸੀ ਬਣਾਈ, ਉਹਦੇ ਵਿੱਚ ਮੈਂ ਨਾਮ ਨਹੀਂ ਲੈਣਾ ਚਾਹਾਂਗੀ, ਕਿ ਡੀ ਐਡਿਕਸ਼ਨ ਰੀਹੈਬ ਸੈਂਟਰ ਹਸਪਤਾਲਾਂ ਤੋਂ ਦੂਰ ਕਰ ਦਿੱਤੇ। ਜਿਵੇਂ ਮੁਹਾਲੀ ਦਾ ਜੇ ਜ਼ਿਕਰ ਕਰੀਏ ਤੇ 6 ਫੇਜ਼ ਵਿੱਚ ਹਸਪਤਾਲ ਹੈ, 67 ਸੈਕਟਰ ਵਿੱਚ ਡੀ ਐਡਿਕਸ਼ਨ ਰੀਹੈਬ ਸੈਂਟਰ ਹੈ, ਜਿਹੜਾ ਕਿ ਕਮ ਸੇ ਕਮ 14-15 ਕਿਲੋਮੀਟਰ ਦਾ ਫਾਸਲਾ ਹੈ। ਰੋਪੜ ਦਾ ਹਸਪਤਾਲ ਕਿੱਥੇ ਹੈ, ਉਹਦਾ ਡੀ ਐਡਿਕਸ਼ਨ ਰੀਹੈਬ ਸੈਂਟਰ ਉਹ ਜੰਗਲ 'ਚ ਕਿਧਰੇ ਬਣਿਆ। ਅਸੀਂ ਉਦੋਂ ਬੜੀ ਕੋਸ਼ਿਸ਼ ਕਰ ਰਹੇ ਸੀ ਕਿ ਹਰ ਓਟ ਸੈਂਟਰ ਦੇ ਜਿਵੇਂ ਕਮ ਸੇ ਕਮ ਇੱਕ ਲੈਪਟਾਪ ਤੇ ਡੈਡੀਕੇਟਿਡ, ਜਦੋਂ ਤੱਕ ਤੁਸੀਂ ਕੋਈ ਕਾਉਂਸਲਰ ਵਗੈਰਾ ਨਹੀਂ ਬਿਠਾਓਗੇ, ਜਿਹੜੇ ਕਿਉਂਕਿ ਆਪਣੇ ਕੋਲ ਇੱਕ ਚੀਜ਼ ਹੁੰਦੀ ਹੈ ਯੂਰਿਨ ਕਿਟ ਹੁੰਦੇ ਆ, ਜਿਹੜੇ ਕਈ ਸਾਰੇ ਨਸ਼ੇ ਵੀ ਉਹ ਡੀ ਐਡਿਕਸ਼ਨ ਸੈਂਟਰਾਂ 'ਤੇ ਹੁੰਦੇ ਹੈ, ਕਿ ਜਿਹੜਾ ਬੰਦਾ ਰੋਜ਼ ਤੁਹਾਡੇ ਕੋਲੋਂ ਬਿਊਪਰਨੋਰਫਿਨ ਲੈਣ ਆ ਰਿਹਾ ਹੈ, ਤੁਸੀਂ ਉਹਦਾ ਇੱਕ ਬੜਾ ਆਸਾਨ ਯੂਰਿਨ ਟੈਸਟ ਤੋਂ ਇਹ ਪਤਾ ਲਗਾ ਸਕਦੇ ਹੋ ਕਿ ਉਹ ਹੋਰ ਨਸ਼ੇ ਤੇ ਨਹੀਂ ਕਰ ਰਿਹਾ, ਉਹ ਓਪੀਓਇਡ ਜਿਹੜੇ ਹੁੰਦੇ ਆ ਜਿਵੇਂ ਕਿ ਚਿੱਟਾ ਵਗੈਰਾ ਤੇ ਨਹੀਂ ਨਾਲ ਲੈ ਰਿਹਾ, ਜਾਂ ਕੋਈ ਗੋਲੀਆਂ ਜਾਂ ਨਹੀਂ ਲੈ ਰਿਹਾ। ਸੋ ਵਿੱਚ ਉਹਨਾਂ ਦੇ ਉਹ ਟੈਸਟ ਵੀ ਕਰਨੇ ਚਾਹੀਦੇ ਹੈ ਕਿ ਉਹਨੂੰ, ਜਾਂ ਜੇ ਉਹ 15 ਦਿਨ ਦੀ ਦਵਾਈ ਲੈ ਕੇ ਜਾ ਰਿਹਾ ਹੈ ਤੇ ਉਹਦਾ ਯੂਰਿਨ ਟੈਸਟ ਵਿੱਚ ਆਉਂਦਾ ਹੈ ਕਿ ਉਹ ਤਾਂ ਚਿੱਟਾ ਲੈ ਰਿਹਾ ਹੈ, ਤੇ ਇਹਦਾ ਮਤਲਬ ਕਿ ਉਹ ਗੋਲੀਆਂ ਕਿਧਰੇ ਕਿਸੇ ਹੋਰ ਨੂੰ ਦੇ ਰਿਹਾ ਹੈ। ਇਸ ਮੰਤਵ ਨਾਲ ਉਹ ਯੂਰਿਨ ਕਿਟ ਹੁੰਦਾ ਹੈ। ਉਹਨਾਂ ਦੀ ਉਪਲਬਧੀ ਨੂੰ ਲੈ ਕੇ, ਦਵਾਈਆਂ ਦੀ ਨੂੰ ਲੈ ਕੇ, ਕੰਪਿਊਟਰ ਨੂੰ ਲੈ ਕੇ, ਕਾਉਂਸਲਰ ਨੂੰ ਲੈ ਕੇ ਚੀਜ਼ਾਂ ਹੋਣੀਆਂ ਚਾਹੀਦੀਆਂ। ਅੱਜ ਦੀ ਡੇਟ ਵਿੱਚ ਮੈਂ ਕਹਾਂਗੀ ਕਿ ਜੇ ਅਸੀਂ ਡੀ ਐਡਿਕਸ਼ਨ ਦੇ ਮਰੀਜ਼ਾਂ ਦਾ ਇਲਾਜ ਕਰਨਾ ਹੈ ਤੇ ਸਾਨੂੰ ਬਹੁਤ ਵੱਡਾ ਬਜਟ ਚਾਹੀਦਾ ਹੈ। ਉੱਥੇ ਕਾਉਂਸਲਰ ਰੱਖੋ, ਉੱਥੇ ਇਹ ਯੂਰਿਨ ਕਿਟ ਜਿਵੇਂ ਮੈਂ ਕਿਹਾ ਹੈ, ਤੇ ਇਹ ਦੇਖੋ ਕਿ ਬਈ ਲੋਕ ਵੱਧ ਤੋਂ ਵੱਧ ਗਿਣਤੀ 'ਚ ਜੇ ਬਿਊਪਰਨੋਰਫਿਨ ਖਾਂਦੇ ਰਹਿਣਗੇ ਤਾਂ ਕਮ ਸੇ ਕਮ ਮਰਨ ਤੋਂ ਤੇ ਬਚੇ ਰਹਿਣਗੇ ਨਾ। ਤੇ ਉਸ ਤੋਂ ਬਾਅਦ ਉਹਨਾਂ ਦੀ ਕਾਉਂਸਲਿੰਗ ਵੀ ਕਰੋ, ਉਹਨਾਂ ਦੇ ਪਰਿਵਾਰਾਂ ਦੀ ਕਾਉਂਸਲਿੰਗ ਕਰੋ ਪਿਆਰ ਨਾਲ। ਪਰ ਜਦੋਂ ਤੱਕ ਤੁਹਾਡੇ ਕੋਲ ਵਿਲ ਨਹੀਂ ਹੈ ਪੋਲੀਟੀਕਲ, ਤਦ ਤੱਕ ਕੁਝ ਵੀ ਸੰਭਵ ਨਹੀਂ। ਕਿਸੇ ਵੀ ਸਰਕਾਰ 'ਚ ਪੋਲੀਟੀਕਲ ਵਿਲ ਨਹੀਂ ਆਈ, ਕੋਈ ਜੰਗੀ ਪੱਧਰ ਤੇ ਉਹ ਹੀ ਆਈ ਕਿ ਬੰਦੇ ਫੜ ਕੇ ਜੇਲ੍ਹ 'ਚ ਪਾਤੇ, ਬਸ ਚੈੱਕ ਨਾਕੇ ਲਾਤੇ, ਸਾਰਿਆਂ ਨੂੰ ਚੈੱਕ ਕਰ ਲਿਆ, ਹੱਥ ਖੜੇ ਕਰਕੇ ਦੱਸੋ ਕਿੱਥੇ ਹੈ। ਇਨਫੋਰਸਮੈਂਟ ਕਿਸ ਤਰ੍ਹਾਂ ਦੀ ਪੰਜਾਬ 'ਚ ਹੋਈ ਨਸ਼ਿਆਂ ਨੂੰ ਲੈ ਕੇ, ਔਰ ਉਹਦਾ ਕੁਝ ਸਿੱਟਾ ਨਿਕਲਿਆ, ਜਿਵੇਂ ਸਪੈਸ਼ਲ ਟਾਸਕ ਫੋਰਸ ਵੀ ਬਣੀ ਸੀ। ਦੇਖੋ ਮੈਨੂੰ ਮਤਲਬ ਐਡਮਿਨਿਸਟ੍ਰੇਟਿਵ ਤੌਰ ਤੇ ਇਹਨਾਂ ਦੇ ਬਾਰੇ ਨਹੀਂ ਪਤਾ, ਕਿਉਂਕਿ ਜਦੋਂ ਇਹ ਚੀਜ਼ਾਂ ਬਣੀਆਂ ਸੀਗੀ ਤੇ ਮੈਂ ਇੱਕ ਸਿਰਫ ਡਾਕਟਰ ਸੀ, ਮੈਂ ਕੋਈ ਐਡਮਿਨਿਸਟ੍ਰੇਸ਼ਨ ਵਿੱਚ ਨਹੀਂ ਸੀ, ਸੋ ਮੈਨੂੰ ਨਹੀਂ ਪਤਾ ਕਿ ਉੱਥੇ ਕੀ ਹੋ ਰਿਹਾ ਸੀ। ਬਟ ਬਾਹਰ ਬੈਠਿਆਂ ਜੇ ਮੈਂ ਕਹਾਂ ਕਿ ਸਿੱਟਾ ਤੇ ਕੁਝ ਨਹੀਂ ਨਿਕਲਿਆ ਨਾ, ਸਿੱਟਾ ਤੇ ਅੱਜ ਸਾਡੇ ਸਾਹਮਣੇ ਹੈ ਕਿ ਕੁਝ ਵੀ ਨਹੀਂ ਨਿਕਲਿਆ। ਨੀ ਜਰਕ ਰਿਐਕਸ਼ਨ ਜਿਹੜੇ ਹੋਏ, ਉਹਨਾਂ ਦਾ ਕੀ ਸਿੱਟਾ ਨਿਕਲਿਆ ਹੋਏਗਾ, ਹੁਣ ਰਿਪੋਰਟਾਂ ਕੋਰਟ ਵਿੱਚ ਖੁੱਲਣਗੀਆਂ, ਉਹ ਇੱਕ ਅਲੱਗ ਮਸਲਾ ਹੈ। ਡਾਕਟਰ ਗਾਂਧੀ ਦੀ ਇਹ ਡਿਮਾਂਡ ਪਾਰਲੀਮੈਂਟ ਜਿਹੜੀ ਉਹਨਾਂ ਨੇ ਚੁੱਕੀ ਸੀ, ਉਹ ਠੀਕ ਸੀ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਇੰਟੌਕਸੀਕੈਂਟਸ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੈਗੂਲੇਟ ਕਰਕੇ ਲੋਕਾਂ ਨੂੰ ਅਵੇਲੇਬਲ ਕਰ ਰਹੇ? ਇਹਦੇ ਬਾਰੇ ਦੱਸੋ। ਬਿਲਕੁਲ ਉਹਨਾਂ ਦੀ ਡਿਮਾਂਡ ਠੀਕ ਸੀ, ਮੈਂ ਵੀ ਇਹੀ ਗੱਲ ਕਹਿ ਰਹੀ ਹਾਂ। ਪਰ ਉਸ ਤੋਂ ਅਗਲੀ ਗੱਲ ਮੈਂ ਵੀ ਕਹਿੰਦੀ ਹਾਂ ਕਿ ਚਲੋ ਤੁਸੀਂ ਮੇਰੀ ਗੱਲ ਨਾ ਸੁਣੋ, ਡਾਕਟਰ ਗਾਂਧੀ ਦੀ ਕਿਸੇ ਦੀ ਨਾ ਸੁਣੋ, ਬਹੁਤ ਸਾਰੇ ਲੋਕਾਂ ਦੀ ਕਮੇਟੀ ਬਣਾਓ ਜਿਹਦੇ ਵਿੱਚ ਡਾਕਟਰ, ਵਿਦਵਾਨ ਸਾਰੇ ਰੱਖੋ, ਪਾਲਿਸੀ ਲੈ ਕੇ ਆਓ। ਡਾਕਟਰ ਸਾਹਿਬ, ਇਹ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਅਸੀਂ ਸ਼ਿਕਾਇਤਾਂ ਲੈ ਕੇ ਜਦੋਂ ਡਰੱਗ ਇੰਸਪੈਕਟਰ ਕੋਲ ਜਾਂਦੇ ਆ ਜਾਂ ਥਾਣੇ ਜਾਂਦੇ ਆ, ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਔਰ ਇੱਥੇ ਤੱਕ ਕਹਿ ਰਹੇ ਨੇ ਕਿ ਇੱਕ ਬਹੁਤ ਵੱਡਾ ਉੱਪਰ ਤੱਕ ਪੋਲੀਟੀਕਲ ਲੈਵਲ ਤੇ ਜਿਹੜਾ ਨੈਕਸਸ ਹੈ, ਜਿਹਦੇ 'ਚ ਡਰੱਗ ਇੰਸਪੈਕਟਰਸ ਨੂੰ ਵੀ ਰੋਪ ਇਨ ਕੀਤਾ ਜਾਂਦਾ ਹੈ, ਔਰ ਉਹ ਵੀ ਇਹਦੇ 'ਚ ਇਨਵੋਲਵਮੈਂਟ ਹੈਗੀ ਹੈ। ਦੇਖੋ ਮੈਂ ਬਾਰ-ਬਾਰ ਉਸੇ ਗੱਲ ਵੱਲ ਆ ਰਹੀ ਹਾਂ, ਦੁਸ਼ਮਣ ਪਹਿਚਾਨੋ। ਡਰੱਗ ਇੰਸਪੈਕਟਰ ਕਿਹਦਾ ਇੰਪਲੋਈ ਹੈ, ਥਾਣੇਦਾਰ ਕਿਹਦਾ ਇੰਪਲੋਈ ਹੈ,
ਐਮਐਲਏ ਕਿਹੜੀ ਪਾਰਟੀ ਦੇ ਹੈ, ਸਭ ਸਰਕਾਰ ਦਾ ਮਸਲਾ ਹੈ। ਇੱਕ ਮੈਂ ਤੁਹਾਨੂੰ ਹੋਰ ਗੱਲ ਅਖੀਰ ਵਿੱਚ ਇਹ ਵੀ ਕਹਿਣੀ ਚਾਹਾਂਗੀ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਗੈਰ ਕਾਨੂੰਨੀ ਕਹਿ ਦਿੱਤਾ ਤਾਂ ਕਾਨੂੰਨ ਤੋਂ ਉੱਪਰ ਕੌਣ ਹੈ? ਕਾਨੂੰਨ ਤੋਂ ਉੱਪਰ ਵੱਡੇ ਅਫਸਰ, ਵੱਡੇ ਨੇਤਾ ਤੇ ਜਿਹੜੇ ਉਹ ਲੋਕ ਜਿਨ੍ਹਾਂ ਕੋਲ ਬੋਰੇ ਹੈ ਨੋਟਾਂ ਦੇ, ਜਿਹੜੇ ਉਹਨਾਂ ਨੇ ਡਰੱਗ ਮਨੀ ਤੋਂ ਹੀ ਕਮਾਏ ਹੈ, ਉਹ ਅਨਸਰ ਹੈ ਜਿਹੜਾ ਕਿ ਕਾਨੂੰਨ ਤੋਂ ਉੱਪਰ ਹੈ, ਜਿਹੜਾ ਝੰਡੀ ਵਾਲੀਆਂ ਕਾਰਾਂ ਵਿੱਚ ਨਸ਼ਾ ਟਰਾਂਸਪੋਰਟ ਕਰ ਰਿਹਾ ਹੈ। ਇਹ ਬਹੁਤ ਵੱਡਾ ਪੋਲੀਟੀਕਲ ਇਸ਼ੂ ਹੈ ਇਹਦਾ ਮਤਲਬ। ਇਹ ਪੋਲਿਟਿਕਸ ਹੈ, ਇਹ ਪੋਲੀਟੀਕਲ ਇਸ਼ੂ ਹੀ ਹੈ। ਤੇ ਲੋਕਾਂ ਨੂੰ ਤੁਹਾਡੀ ਡਾਕੂਮੈਂਟਰੀ ਦੇ ਜ਼ਰੀਏ ਜਾਂ ਤੁਸੀਂ ਜਿਸ ਤਰ੍ਹਾਂ ਦੇ ਸੁਹਿਰਦ ਪੱਤਰਕਾਰੀ ਦੇ ਜ਼ਰੀਏ ਲੋਕਾਂ ਨੂੰ ਇਹ ਕਰੋ ਕਿ ਸਹੀ ਦੁਸ਼ਮਣ ਪਹਿਚਾਨੋ। ਸਹੀ ਦੁਸ਼ਮਣ ਉਹ ਨੇ ਤੁਹਾਡੀਆਂ ਚੁਣੀਆਂ ਹੋਈਆਂ ਸਰਕਾਰਾਂ, ਜਿਨ੍ਹਾਂ ਨੇ ਤੁਹਾਡੇ ਵਾਸਤੇ ਕੁਝ ਵੀ ਨਹੀਂ ਕੀਤਾ। ਮੈਂ ਜਿਹੜੀ ਤੁਸੀਂ ਜੇ ਮੈਨੂੰ ਕਹੋਗੇ, ਮੈਂ 35 ਸਾਲ ਨੌਕਰੀ ਕੀਤੀ, ਮੈਨੂੰ ਜਿਹੜਾ ਡਰੱਗ ਦੇ ਮਸਲੇ ਤੇ ਜੋ ਕਾਗਜ਼ਾਤ ਪਰੋਸੇ ਜਾਂਦੇ ਸੀ, ਮੈਂ ਪ੍ਰੋਗਰਾਮ ਅਫਸਰ ਵੀ ਰਹੀ ਹਾਂ ਡੀ ਐਡਿਕਸ਼ਨ ਪ੍ਰੋਗਰਾਮ ਦੀ, ਜਿਹੜੇ ਸਾਨੂੰ ਪੋਲਿਸੀ ਪਰੋਸੀ ਜਾਂਦੀ ਸੀ ਨਾ, ਅਸੀਂ ਤੇ ਸਰਕਾਰੀ ਨੌਕਰੀ ਕਰ ਰਹੇ ਸੀ, ਉਹ ਪੋਲਿਸੀ ਕੁਛ ਨਹੀਂ ਸੀ, ਦਿਸ਼ਾਹੀਨ ਪੋਲਿਸੀ ਸੀ, ਜਿਹਦੇ ਵਿੱਚ ਅਸੀਂ ਦਿਸ਼ਾਹੀਨ ਅਫਸਰ, ਮੈਨੂੰ ਭੇਜ ਦਿੱਤਾ ਜਾਂਦਾ ਸੀ ਕਿ ਤੂੰ ਜਾ ਕੇ ਰੀਹੈਬ ਸੈਂਟਰ ਚੈੱਕ ਕਰ, ਪ੍ਰਾਈਵੇਟ, ਠੀਕ ਹੈ ਜੀ। ਮੈਂ ਰੀਹੈਬ ਸੈਂਟਰ ਚੈੱਕ ਕੀਤੇ, ਪੂਰੇ ਪੰਜਾਬ ਵਿੱਚ ਕੀਤੇ, ਠੀਕ ਹੈ। ਉੱਥੇ ਬਾਹਰ ਕੁੱਤੇ ਬੰਨੇ ਹੋਏ, ਪਿਟ ਬੁੱਲ ਇੰਜ ਕਰਕੇ, ਤੇ ਬੰਦੇ ਵੱਡੇ ਵੱਡੇ ਬੰਦੇ ਜਿਨ੍ਹਾਂ ਨੇ ਟੈਟੂ, ਜਿਹੜੇ ਕਿ ਉਹ ਮਸਕੂਲਰ ਜਿਹੜੇ, ਤੇ ਇੱਕ ਜਗ੍ਹਾ ਕੁਰਾਲੀ ਦੇ ਨੇੜੇ ਇੱਕ ਮਤਲਬ ਕਿ ਉਹ ਖੜੇ ਸੀ, ਇੱਕ ਸਡਨਲੀ ਇੱਕ ਉਹਨਾਂ ਦਾ ਇਨਮੇਟ ਮੇਰੇ ਕੋਲ ਆ ਕੇ ਉਹਨੇ ਮੈਨੂੰ ਜੱਫੀ ਪਾ ਲਈ, ਇੱਕ ਛੋਟੀ ਉਮਰ ਦੇ ਲੜਕੇ ਨੇ, ਤੇ ਉਹਦੀ ਬਾਂਹ, ਉਹ ਕਹਿੰਦਾ ਮੈਨੂੰ ਦੀਦੀ ਮੈਨੂੰ ਲੈ ਜਾਓ, ਮੈਨੂੰ ਇੱਥੋਂ ਲੈ ਜਾਓ, ਇਹ ਮੈਨੂੰ ਮਾਰਦੇ ਹੈ, ਮੈਨੂੰ ਲੈ ਜਾਓ, ਮੈਨੂੰ। ਇਸ ਤਰ੍ਹਾਂ ਦੇ ਵੀ ਇਨਸੀਡੈਂਟ ਹੋਏ, ਜਿਸ ਤਰ੍ਹਾਂ ਨਸ਼ਾ ਛੁਡਾਊ ਸੈਂਟਰਾਂ ਦੀ ਮੈਂ ਗੱਲ ਕਰ ਰਹੀ ਹਾਂ, ਜਿਹੜੇ ਪ੍ਰਾਈਵੇਟ ਸੀਗੇ। ਉਹ ਮਤਲਬ ਇੱਕ ਜਿਵੇਂ ਕੀ ਕਹਿੰਦੇ ਆ, ਮੈਂ ਤੇ ਹੈਰਾਨ ਆ ਕਿ ਇਹੋ ਜਿਹੀ ਚੀਜ਼ ਪੰਜਾਬ ਵਿੱਚ ਅਲਾਉਡ ਸੀਗੀ। ਤੇ ਮੈਨੂੰ ਭੇਜਿਆ ਜਾਂਦਾ ਸੀਗਾ ਕਿਉਂਕਿ ਮੈਂ ਮਤਲਬ ਕਿ ਸੀਗਾ ਵੀ ਇਹ ਪੈਸੇ ਨਹੀਂ ਲੈਂਦੀ, ਇਮਾਨਦਾਰ ਅਫਸਰ ਹੈ, ਤੇ ਮੈਨੂੰ ਕੋਈ ਦਿੰਦਾ ਵੀ ਨਹੀਂ ਸੀ, ਮਤਲਬ ਕਿਸੇ ਨੇ ਕਦੀ ਨਹੀਂ ਕਿਹਾ ਵੀ ਲੈ ਲਓ ਮੇਰੇ ਕੋਲੋਂ। ਉੱਥੇ ਜਾ ਕੇ ਜਦੋਂ ਮੈਂ ਵਾਪਸ ਪਹੁੰਚਦੀ ਸੀ ਤੇ ਮੈਨੂੰ ਕਿਹਾ ਜਾਂਦਾ ਸੀ, ਜਿਵੇਂ 5-6 ਵੀ ਵੱਜ ਜਾਂਦੇ ਸੀ ਕਈ ਵਾਰੀ ਵਾਪਸ ਆਉਂਦੇ ਆ ਜਿੱਥੇ ਵੀ ਗਈ ਹੁੰਦੀ ਸੀ, ਕਿ ਅੱਜ ਹੀ ਡਾਕਟਰ ਸਾਹਿਬ ਅੱਜ ਹੀ ਰਿਪੋਰਟ ਬਣਾਓ, ਇਹਨੂੰ ਸੀਲ ਕਰਨ ਵਾਸਤੇ ਆਰਡਰ ਕੱਢੋ ਸਿਵਲ ਸਰਜਨ ਨੂੰ ਕਿ ਇਹ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹਨੂੰ ਸੀਲ ਕਰ ਦਿੱਤਾ ਜਾਏ, ਰੀਹੈਬ ਸੈਂਟਰ ਨੂੰ ਸੀਲ ਕਰ ਦਿੱਤਾ ਜਾਏ। ਅੱਜ ਘਰ ਨਾ ਜਾਣਾ, ਲੈਟਰ ਕੱਢ ਕੇ ਜਾਣਾ ਸਿਵਲ ਸਰਜਨ ਨੂੰ, ਉਹ ਮੈਂ ਕੱਢ ਦਿੰਦੀ ਸੀ। ਕੀ ਤੁਹਾਡੇ ਮਨ ਅਗਲੀ ਗੱਲ ਮੈਂ ਤਾਂ ਸੋਚਦੀ ਸੀ ਮੈਂ ਬੜਾ ਅੱਛਾ ਕੰਮ ਕਰ ਰਹੀ ਹਾਂ, ਉਹ ਸੀਲ ਹੋਣਾ ਹੀ ਚਾਹੀਦਾ ਸੀ, ਜੋ ਮੈਂ ਦੇਖ ਕੇ ਆਈ ਸੀ। ਕਿਉਂਕਿ ਜਿਹੜੇ ਨੋਰਮ ਹੁੰਦੇ ਹੈ ਕਿ ਇੰਨੇ 20 ਬੰਦਿਆਂ ਪਿੱਛੇ ਬਾਥਰੂਮ ਜਿਹੜੇ ਹੈ, ਇੱਕੋ ਹੀ ਬਾਥਰੂਮ ਹੀ ਨਹੀਂ ਹੈ ਕਿ 5 ਪਿੱਛੇ ਇੱਕ ਬਾਥਰੂਮ ਹੋਣਾ ਚਾਹੀਦਾ ਹੈ, ਹਵਾਦਾਰ ਹੋਣਾ ਚਾਹੀਦਾ ਹੈ ਜਿਹੜਾ ਰੀਹੈਬ ਸੈਂਟਰ, ਉਹਦੇ ਵਿੱਚ ਸਪੋਰਟਸ ਦੀ ਜਾਂ ਕੋਈ ਫੈਸਿਲਿਟੀ ਹੋਣੀ ਚਾਹੀਦੀ ਹੈ, ਉਹ ਤੇ ਹੈ ਹੀ ਨਹੀਂ। ਮਤਲਬ ਕੋਈ ਰੀਹੈਬ ਸੈਂਟਰ ਰੋਪੜ ਜ਼ਿਲ੍ਹੇ 'ਚ ਮੈਂ ਗਈ, ਉਹ ਬੇਸਮੈਂਟ 'ਚ ਇੱਕ ਬੜੀ ਛੋਟੇ ਪੱਧਰ ਦੀ ਦੁਕਾਨ ਦੀ ਬੇਸਮੈਂਟ 'ਚ ਰੀਹੈਬ ਸੈਂਟਰ ਹੈ। ਉਸ ਵਕਤ ਮੈਨੂੰ ਇਹ ਰੀਹੈਬ ਸੈਂਟਰ ਆਪਣੇ ਬਹੁਤ ਵੱਡੇ ਦੁਸ਼ਮਣ ਲੱਗੇ, ਤੇ ਮੈਂ ਸੋਚਿਆ ਕਿ ਮੈਂ ਤੇ ਬੜੀ ਜੁਝਾਰੂ ਤੇ ਇਮਾਨਦਾਰ, ਦੇਖੋ ਮੈਂ ਰਾਤ ਦੇ 8-9 ਵਜੇ ਤੱਕ ਬਹਿ ਕੇ ਅੱਜ ਹੀ ਇਹਨੂੰ ਸੀਲ ਕਰਾਵਾਂਗੀ, ਠੀਕ ਹੈ ਜੀ। ਮੇਰੀ ਚਿੱਠੀ ਤੇ ਉਹ ਸੀਲ ਹੋ ਗਏ। ਗਹਿਰਾਈ ਜਿਹੜੀ ਹੈ, ਅੱਛਾ, ਉਸ ਤੋਂ ਅਗਲੇ ਦਿਨ ਮੈਂ ਦੇਖਦੀ ਸੀ ਕਿ ਉਹੀ ਬੰਦੇ ਜਿਹੜੇ ਮੈਂ ਉਹ ਸੈਂਟਰ ਵਿੱਚ ਦੇਖੇ ਹੈ, ਉਹ ਉੱਥੇ ਘੁੰਮਦੇ ਪਏ ਆ, ਉਹ ਮੈਨੂੰ ਵੇਖਦੇ ਵੀ ਨਹੀਂ ਸੀ ਮੇਰੇ ਵੱਲ, ਸਾਡੇ ਡਾਇਰੈਕਟਰ ਦਫ਼ਤਰ ਵਿੱਚ, ਤੇ ਉਹ ਮੇਰੇ ਵੱਲ ਤੇ ਵੇਖ ਵੀ ਨਹੀਂ ਰਹੇ, ਤੇ ਉਹ ਮੈਨੂੰ ਇੰਜ ਕਰਕੇ ਨਿਕਲ ਗਏ ਹੈ। ਉਸ ਤੋਂ ਬਾਅਦ 3-4 ਦਿਨ ਬਾਅਦ ਮੈਨੂੰ ਬੁਲਾਇਆ ਜਾਂਦਾ ਸੀ ਤੇ ਮੈਨੂੰ ਕਹਿੰਦੇ ਸੀ ਵੀ ਤੁਸੀਂ ਇਹ ਗਲਤੀਆਂ ਕੱਢ ਕੇ ਆਏ ਸੀ ਨਾ ਡਾਕਟਰ ਸਾਹਿਬ, ਇਹ ਸਾਰੀਆਂ ਉਹਨਾਂ ਨੇ ਸਹੀ ਕਰ ਲਈਆਂ, ਜਿਹੜੀਆਂ ਤੁਸੀਂ ਇਹ 8 ਗਲਤੀਆਂ ਕੱਢੀਆਂ ਸੀ ਨਾ, ਇਹ ਦੇਖੋ ਉਹਨਾਂ ਨੇ ਕਾਉਂਸਲਰਾਂ ਦੀ ਲਿਸਟ ਦੇ ਦਿੱਤੀ, ਇਹ ਦੇਖੋ ਉਹਨਾਂ ਨੇ ਇਹ ਵੀ ਕਰ ਦਿੱਤਾ ਹੈ, ਇਹ ਦੇਖੋ ਉਹਨਾਂ ਨੇ ਫੋਟੋ ਭੇਜ ਦਿੱਤੀ ਹੈ ਵੀ ਉਹਨਾਂ ਨੇ ਬੈਡਮਿੰਟਨ ਕੋਰਟ ਬਣਾ ਲਿਆ ਹੈ, ਇਹ ਦੇਖੋ ਜੀ ਬਾਥਰੂਮ ਉਹਨਾਂ ਨੇ ਕੰਸਟਰਕਟ ਕਰਾ ਲਿਆ, ਤੇ ਤੁਸੀਂ ਹੁਣ ਡਾਕਟਰ ਸਾਹਿਬ ਆਰਡਰ ਕੱਢ ਦਿਓ ਵੀ ਇਹਨੂੰ ਖੋਲ੍ਹ ਦਿੱਤਾ ਜਾਏ ਸਿਵਲ ਸਰਜਨ ਨੂੰ, ਠੀਕ ਹੈ ਜੀ। ਤੇ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਹੁੰਦਾ, ਮੈਂ ਤੇ 6 ਗਲਤੀਆਂ ਕੱਢੀਆਂ ਸੀ। ਅਗਲੇ ਨੇ ਰਿਕੁਐਸਟ ਪਾਤੀ ਜੀ ਵੀ ਮੈਂ 6 ਦਿਨ ਸੈਂਟਰ ਬੰਦ ਕੀਤਾ ਸੀ, ਹੁਣ ਮੇਰਾ ਤੁਸੀਂ ਖੋਲ ਦਿਓ। ਪੈਨਲਟੀ ਕੀ ਲੱਗਦੀ ਸੀ? ਉਹਦੀ ਕੋਈ ਕੁਝ ਪੈਨਲਟੀ ਨਹੀਂ, ਕਿ ਉਹ ਜਿਹੜੇ ਉੱਥੇ ਦਾਖਲ ਸੀਗੇ ਉਹ ਮਰੀਜ਼ਾਂ ਨੂੰ ਤੁਸੀਂ ਉਨੀ ਦੇਰ ਸਰਕਾਰੀ ਵਿੱਚ ਸ਼ਿਫਟ ਕਰ ਦਿੱਤਾ, ਫਿਰ ਉਹ ਦੁਬਾਰਾ ਖੁੱਲ ਗਿਆ, ਉਹ ਦੁਬਾਰਾ ਚੱਲ ਗਏ। ਮੇਰਾ ਮਤਲਬ ਹੈ ਕਿ ਉਹ ਉੱਥੇ ਜੋ ਵੀ ਪੈਸੇ ਦਾ ਲੈਣ ਦੇਣ ਕਰਕੇ ਉਹਨਾਂ ਨੇ ਮੇਰੇ ਵਰਗੇ ਆਫਿਸਰ ਨੂੰ
ਇੱਕ ਜਿਵੇਂ ਹਥਿਆਰ ਬਣਾ ਕੇ ਕਿ ਇਹ ਤੇ ਕੋਈ ਪੈਸੇ ਨਹੀਂ ਨਾ ਲਏਗਾ, ਜਾ ਕੇ ਬੰਦ ਕਰ ਆ ਚਲੋ ਜੀ, ਤੇ ਉਹਨਾਂ ਤੇ ਹੋਰ ਪ੍ਰੈਸ਼ਰ ਪਏਗਾ, ਉਹ ਸੈਂਟਰ ਤੋਂ ਥੋੜੀ ਮੋਟੀ ਰਕਮ ਉਗਰਾਈ ਜਾ ਸਕਦੀ ਹੈ, ਉਹ ਰਕਮ ਕਿੱਧਰ ਜਾ ਰਹੀ ਹੈ, ਉਹ ਫਿਰ ਵੀ ਮੈਂ ਕਹਾਂਗੀ ਇਹ ਵੀ ਇਸ ਕਰਕੇ ਮੈਂ ਕਹਾਂਗੀ ਕਿ ਦੁਸ਼ਮਣ ਪਹਿਚਾਨੋ। ਦੁਸ਼ਮਣ ਸਰਕਾਰ ਹੈ, ਇੱਕ ਹੀ ਦੁਸ਼ਮਣ ਹੈ ਲੋਕਾਂ ਦਾ, ਜਿਹੜੀ ਵੀ ਸਮੇਂ ਦੀ ਸਰਕਾਰ ਹੈ। ਜੇ ਪਿਛਲੀਆਂ ਨੇ ਨਹੀਂ ਬਣਾਇਆ ਸੀ ਤੇ ਅੱਜ ਦੀਆਂ ਪਾਲਿਸੀ ਬਣਾ ਲੈਣ, ਉਹ ਉਹਨੂੰ ਫੋਰਸ ਕਰੋ। ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ? ਜਿਹੜੇ ਵਿਲੇਜ ਕਮੇਟੀਆਂ ਬਣ ਰਹੀਆਂ ਨੇ ਜਾਂ ਮੁਹੱਲਾ ਕਮੇਟੀਆਂ ਹੁਣ ਬਣ ਰਹੀ ਹੈ, ਸੈਂਸਿਟਾਈਜ਼ ਹੋ ਰਹੇ ਨੇ ਲੋਕ ਇੰਨੀਆਂ ਮੌਤਾਂ ਕਰਕੇ, ਉਹਨਾਂ ਨੂੰ ਤੁਹਾਡੇ ਕੀ ਮੈਸੇਜ ਨੇ, ਕੌਨਕਰੀਟ ਕੀ ਮੈਸੇਜ ਨੇ? ਮੈਂ ਉਹਨਾਂ ਦੇ ਮੈਨੂੰ 2-3 ਮੈਸੇਜ, ਸਭ ਤੋਂ ਪਹਿਲਾ ਤੇ ਸਭ ਤੋਂ ਆਸਾਨ ਹੈ ਕਿ ਆਪਣੇ ਬੱਚਿਆਂ ਨੂੰ ਨਸ਼ੇੜੀ ਕਹਿਣਾ ਛੱਡੋ ਤੇ ਉਹਨਾਂ ਨੂੰ ਮਰੀਜ਼ ਸਮਝੋ। ਤਾਂ ਮੁਜਰਿਮ ਬਣਾ ਦਿੱਤਾ ਤੇ ਉਹ ਮੁਜਰਿਮ ਸਮਝਣਾ ਬੰਦ ਕਰੋ, ਉਸ ਬੰਦੇ ਵੱਲ ਨਜ਼ਰ ਬਦਲੋ, ਉਹਨੂੰ ਪਿਆਰ ਦੀ ਨਜ਼ਰ ਨਾਲ ਦੇਖੋ। ਫਿਰ ਵਿਲੇਜ ਲੈਵਲ ਤੇ ਉਹ ਬੰਦੇ ਪਹਿਚਾਨੋ ਜਿਹੜੇ, ਜੇ ਤੇ ਉਹ ਛੋਟੇ ਲੈਵਲ ਦੇ ਹੀ ਡਿਸਟ੍ਰੀਬਿਊਟਰ ਹੈ, ਖੁਦ ਨਸ਼ਾ ਖਾਂਦੇ ਆ, ਨਾਲ ਦੇ ਨੂੰ ਦਿੰਦੇ ਹੈ, ਮਜਬੂਰੀ ਨਾਲ ਵੇਚ ਰਹੇ ਆ, ਉਹਨਾਂ ਦੀ ਵੀ ਸਵੀਕ੍ਰਿਤੀ ਕਰਾਉਣ ਦੀ ਕੋਸ਼ਿਸ਼ ਕਰੋ। ਬਾਕੀ ਤੁਸੀਂ ਬਾਰ-ਬਾਰ ਆਪਣੇ ਹਲਕੇ ਦੇ ਐਮਐਲਏਆਂ ਤੇ ਫਲਾਣਿਆਂ ਦੇ ਉੱਤੇ ਜ਼ੋਰ ਪਾਓ ਕਿ ਇਹ ਸਾਡੇ ਹਲਕੇ 'ਚ ਇਹ ਫਲਾਣਾ ਕੈਮਿਸਟ, ਫਲਾਣਾ ਬੰਦਾ ਇਹ ਕਰ ਰਿਹਾ ਹੈ, ਇਹ ਨਸ਼ਾ ਕਰ ਰਿਹਾ ਹੈ, ਇਹਨੂੰ ਨੱਥ ਪਾਓ, ਨੱਥ ਕਾਨੂੰਨਨ ਪਾਓ, ਉਹਨੂੰ ਘੇਰੋ। ਕੈਮਿਸਟ ਦੀ ਕੀ ਮਜਾਲ ਹੈ ਕਿ ਉਹ ਜੇ ਸਰਕਾਰ ਕਹਿੰਦੀ ਹੈ ਕਿ ਸਾਡੇ ਡਰੱਗ ਇੰਸਪੈਕਟਰਸ ਇਮਾਨਦਾਰੀ ਨਾਲ ਕੈਮਿਸਟ ਦੀ ਚੈੱਕ ਕਰਨਗੇ, ਉਹਨਾਂ ਦੀ ਡਿਸਟ੍ਰੀਬਿਊਸ਼ਨ ਤੇ ਉਹਨਾਂ ਦੀ ਜੋ ਵੀ ਉਹਨਾਂ ਦੇ ਰਿਕਾਰਡ ਹੁੰਦੇ ਹੈ, ਤਾਂ ਕਿਹੜੇ ਕੈਮਿਸਟ ਦੀ ਹਿੰਮਤ ਪਏਗੀ? ਇੰਨੀ ਕੈਮਿਸਟ ਦੀ ਕੀ ਮਜਾਲ ਹੈ ਕਿ ਉਹ ਫਿਰ ਵੀ ਗਲਤ ਕੰਮ ਕਰੇਗਾ? ਉਹ ਤੇ ਕਹਿ ਰਹੇ, ਉਹ ਕਹਿ ਲੜੀ ਜੋ ਮੈਂ ਤੁਹਾਡੇ ਨਾਲ ਲੜ ਪਾ, ਵੀ ਤੂੰ ਲੈ ਕੇ ਆਂਦਾ ਮੇਰੇ ਬੱਚੇ ਨੂੰ ਦਿੰਦਾ, ਤੁਸੀਂ ਮੇਰੇ ਨਾਲ ਲੜ ਪੋ, ਤੂੰ ਉਹਦੇ ਨਾਲ ਮਿਲੀ ਹੋਈ ਹੈ। ਇਹੀ ਤਾਂ ਚਾਹੁੰਦੇ ਹੋ ਕਿ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਲੜੀਏ, ਸਾਡੇ ਬੱਚੇ ਮਰੀ ਜਾਣ। ਇਸ ਤਰ੍ਹਾਂ ਪੁੱਛੋ ਸਰਕਾਰਾਂ ਨੂੰ, ਡਰੱਗ ਓਵਰਡੋਜ਼ ਵਾਸਤੇ ਕਿੰਨੀਆਂ ਮੌਤਾਂ ਹੋਈਆਂ, ਕੀ ਪਾਲਿਸੀ ਲੈ ਕੇ ਆਏ ਹੋ, ਕੀ ਪਾਲਿਸੀ ਹੈ ਦੱਸੋ, ਐਮਐਲਏਜ਼ ਨੂੰ ਪੁੱਛੋ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ।